ਵਾਹਿਗੁਰੂ ਸਾਹਿਬ ਜੀਓ। ਸ਼੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ, ਸਿਮਰੋ ਅੰਗਦ ਦੁਖ ਨਿਕੰਦਨ। ਅਮਰਦਾਸ ਗੁਰ ਹਿਰਦੇ ਧਿਆਨ, ਗੁਰ ਹਿਰਦੇ ਧਿਆਨ। ਸ਼੍ਰੀ ਗੁਰੂ ਰਾਮਦਾਸ ਗੁਣ ਗਾਉ, ਸ਼੍ਰੀ ਅਰਜਨ ਵਿਘਨ ਕੇ ਨਾਸ਼ਕ, ਵਿਘਨਨ ਕੇ ਨਾਸ਼ਕ। ਹਰਿ ਗੋਬਿੰਦ ਸੁਖ ਸੁਮਾਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ, ਤਿਗ ਬਹਾਦਰ ਪਰਮ ਕਿਰਪਾਲਾ। ਜਿਹੀ ਪਰਮ ਕਿਰਪਾਲਾ, ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਹਾਲਾ। ਤਰੁ ਤਰਾ ਪਰ ਪੁਨ ਪੁਨ ਸੀਸਾ, ਜਿਹੀ ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨੁਖ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਇਕ ਓੰਕਾਰ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਦੋਹਰਾ ਸੇਵੇ ਚਿਤ ਕੀ ਪ੍ਰੀਤ ਕਰ, ਜਾਏ ਜਤਹਾਂ ਅਤੀਤ। ਜੋ ਦੇਖੇ ਸੁਖ ਪਾਵੈ, ਤਾਹੇ ਦੇਸ ਕੀ ਰੀਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਿਵਾਜ, ਬਾਣੀ ਕੇ ਮੋਹਿਤ, ਕਲਯੁਗ ਜਹਾਜ ਸ਼ਬਦ ਗੁਰੂ। ਸੰਤ ਕਮਾਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਮੁਬਾਰਕ ਬਾਰਗਾਹ ਦੇ ਅੰਦਰ ਸੁਭਾਈਮਾਨ ਹੋ ਰਹੇ ਗੁਰੂ ਰੂਪ ਗੁਰੂ ਖਾਲਸਾ ਸੰਗਤ ਜੀਓ। ਵਡਭਾਗੇ ਹੋ, ਸਾਹਿਬਾਂ ਦੀ ਗੋਦ ਪ੍ਰਾਪਤ ਹੋ ਰਹੀ ਹੈ। ਮੀਰੀ ਪੀਰੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸੁਖਚੈਨ ਆਣਾ ਸਾਹਿਬ ਵਿਖੇ ਇਸ ਪਾਵਨ ਪਵਿੱਤਰ ਦਰਬਾਰ ਤੋਂ ਜੋ ਆਪ ਜੀ ਰੋਜ਼ਾਨਾ ਹੀ ਗੁਰ ਇਤਿਹਾਸ ਦੀ ਕਥਾ ਸਰਵਣ ਕਰਦੇ ਆ ਰਹੇ ਹੋ। ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਪਵਿੱਤਰ ਜੀਵਨ ਜਿਹੜਾ ਹੈ ਉਹ ਚੱਲ ਰਿਹਾ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿੱਥੇ ਉਸ ਸਿੱਖ ਤਰਖਾਨ ਨੂੰ ਉਤਾਰਿਆ, ਉਪਰੰਤ ਭੂਟਾਨ ਦੇਸ਼ ਨੂੰ ਜਿਹੜਾ ਹੈ ਉਹ ਤਾਰਨ ਕੀਤਾ। ਉੱਥੋਂ ਦਾ ਰਾਜਾ
ਵੇਸ਼ਵਾਗਾਮੀ ਹੋ ਚੁੱਕਾ ਹੈ, ਵਿਭਚਾਰੀ ਹੋ ਚੁੱਕਾ ਹੈ। ਮਾਲਕ ਨੇ ਉਹਨੂੰ ਉਪਦੇਸ਼ ਦਿੱਤਾ, ਉਹ ਸਾਰੀ ਲੁਕਾਈ ਧੰਨ ਗੁਰੂ ਨਾਨਕ ਦੇ ਘਰ ਦੀ ਜਿਹੜੀ ਹੈ ਉਹ ਪਿਆਰੀ ਬਣ ਗਈ। ਉੱਥੋਂ ਚੱਲ ਕੇ ਧੰਨ ਗੁਰੂ ਨਾਨਕ ਸਿੰਘ ਜੀ ਮਹਾਰਾਜ ਨੇ ਅਗਾਂਹ ਜਿਹੜਾ ਹੈ ਇੱਕ ਦੇਸ਼ ਦੇ ਵਿੱਚ ਜਾਣਾ ਕੀਤਾ ਹੈ। ਜਿਸ ਦੇਸ਼ ਦੇ ਵਿੱਚ ਜਾਂਦੇ ਹਨ ਉੱਥੋਂ ਦਾ ਵਰਤਾਰਾ ਕਵਿਰਾਜ ਜੀ ਦੱਸ ਰਹੇ ਸਨ ਕਿ ਇਸ ਦੇਸ਼ ਦੇ ਵਿੱਚ ਨਾ ਤਾਂ ਕੋਈ ਅੰਨ ਹੁੰਦਾ ਸੀ ਅਤੇ ਨਾ ਹੀ ਕੋਈ ਜਿਹੜੀ ਹੈ ਉਹ ਅੱਗ ਬਲਦੀ ਹੈ। ਇਸ ਕਰਕੇ ਇੱਥੋਂ ਦੀ ਜਿਹੜਾ ਮੁੱਖ ਆਹਾਰ ਰਿਹਾ ਉਹ ਮਾਸ ਰਿਹਾ ਹੈ। ਸ਼ਿਕਾਰ ਕਰਕੇ ਅਤੇ ਉਸ ਮਾਸ ਨੂੰ ਜਿਹੜਾ ਹੈ ਦੋਨਾਂ ਪੱਥਰਾਂ ਦੇ ਵਿੱਚ ਰੱਖ ਕੇ ਅਤੇ ਫਿਰ ਸੂਰਜ ਦੀ ਰੋਸ਼ਨੀ ਦੇ ਵਿੱਚ ਜਦੋਂ ਪੱਥਰ ਗਰਮ ਹੁੰਦੇ ਹਨ ਅਤੇ ਉਹ ਮਾਸ ਦਾ ਟੁਕੜਾ ਜਿਹੜਾ ਹੈ ਉਹ ਪੱਕ ਜਾਂਦਾ ਹੈ ਅਤੇ ਫਿਰ ਉੱਥੋਂ ਦੇ ਲੋਕ ਜਿਹੜੇ ਨੇ ਉਹ ਇਸ ਦਾ ਭੋਜਨ ਜਿਹੜਾ ਹੈ ਉਹ ਛਕਦੇ ਹਨ। ਦੂਸਰੀ ਗੱਲ, ਇਸ ਲੋਕ ਦੇ ਜਿਹੜੇ ਨਿਵਾਸੀ ਹਨ ਉਹ ਬੜੇ ਸ਼ਰਧਾਵਾਨ ਹਨ, ਬੜੇ ਪਿਆਰੇ ਹਨ ਅਤੇ ਆਏ ਗਏ ਅਤਿਥੀ ਦੀ ਬੜੀ ਸੇਵਾ ਕਰਦੇ ਹਨ। ਕਿਸ ਤਰ੍ਹਾਂ ਪ੍ਰਸੰਗ ਜਿਹੜਾ ਹੈ ਅੱਗੇ ਚੱਲ ਰਿਹਾ ਹੈ। ਕਵਿਰਾਜ ਮਹਾਨ ਕਵੀ ਭਾਈ ਸੰਤੋਖ ਸਿੰਘ ਜੀ ਕੂੜਾਮਣੀ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੇ 13ਵੇਂ ਅਧਿਆਏ ਦੇ ਅੰਦਰ ਇਹਨਾਂ ਪ੍ਰਸੰਗਾਂ ਦਾ ਜ਼ਿਕਰ ਕਰ ਰਹੇ ਨੇ। ਆਓ ਕਿਸ ਤਰ੍ਹਾਂ ਧੰਨ ਗੁਰੂ ਨਾਨਕ ਸਿੰਘ ਜੀ ਮਹਾਰਾਜ ਇਸ ਪਾਵਨ ਪਵਿੱਤਰ ਆਪਣੇ ਉਪਦੇਸ਼ ਦੇ ਰਾਹੀਂ ਇਹਨਾਂ ਨਗਰ ਨਿਵਾਸੀਆਂ ਨੂੰ ਉਤਾਰ ਰਹੇ ਨੇ। ਸ਼ਰਧਾ ਭਾਵਨਾ ਪ੍ਰੇਮ ਸਹਿਤ ਗੁਰੂ ਚਰਨਾਂ ਅੰਦਰ ਹਾਜ਼ਰੀ ਲਗਾਉਂਦਿਆਂ ਆਪਣੇ ਸੀਸ ਨੂੰ ਝੁਕਾਉਣਾ ਕਰੀਏ। ਦੋਨੋਂ ਹੱਥ ਜੋੜੀਏ, ਪਿਆਰ ਨਾਲ ਅੱਖ ਨਾ ਕਰੋ ਵਿਚਾਰਨ ਦੀ ਆਰੰਭਤਾ ਤੋਂ ਪਹਿਲਾਂ ਸਤਿਨਾਮ ਸ੍ਰੀ ਵਾਹਿਗੁਰੂ। ਫਿਰ ਕਰੋ ਕਿਰਪਾ ਕੋ ਸਤਿਨਾਮ ਸ੍ਰੀ ਵਾਹਿਗੁਰੂ। ਦੋਹਰਾ ਸੇਵੇ ਚਿਤ ਕੀ ਪ੍ਰੀਤ ਕਰ ਜਾਏ ਜੇ ਤਾਹਾਂ ਅਤੀਤ। ਪਿਆਰ ਨਾਲ ਕੋ ਸਤਿਨਾਮ ਸ੍ਰੀ ਵਾਹਿਗੁਰੂ। ਜਿਸ ਦੇਸ਼ ਦੇ ਵਿੱਚ ਧੰਨ ਗੁਰੂ ਨਾਨਕ ਸਿੰਘ ਜੀ ਮਹਾਰਾਜ ਜੀ ਨੇ ਆਪਣੇ ਚਰਨ ਪਸਾਰੇ ਹਨ, ਉਸ ਦੇਸ਼ ਦੇ ਵਾਸੀ ਜਿਹੜੇ ਨੇ ਉਹ ਮਾਸ ਖਾਂਦੇ ਹਨ ਅਤੇ ਮਾਸ ਖਾਣ ਦਾ ਤਰੀਕਾ ਹੈ ਉਹ ਪੱਥਰਾਂ ਦੇ ਵਿੱਚ ਰੱਖ ਕੇ ਉਹਨੂੰ ਸੂਰਜ ਦੀ ਰੋਸ਼ਨੀ ਦੇ ਵਿੱਚ ਪਕਾਉਂਦੇ ਹਨ। ਅਤੇ ਉਪਰੰਤ ਇਸ ਦੇਸ਼ ਦੀ ਇੱਕ ਰੀਤ ਹੈ, ਇਸ ਦੇਸ਼ ਦੀ ਬੜੀ ਸੁਚੱਜੀ ਜਿਹੜਾ ਹੈ ਉਹ ਕੰਮ ਹੈ। ਉਹ ਕੀ ਹੈ ਕਿ ਕੋਈ ਵੀ ਇਸ ਦੇਸ਼ ਦੇ ਵਿੱਚ ਜਿਹੜਾ ਹੈ ਪ੍ਰਸਥਾਨ ਕਰਦਾ ਹੈ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਿਸੇ ਵੀ ਘਰ ਦੇ ਵਿੱਚ ਜਦੋਂ ਕੋਈ ਪ੍ਰਾਹੁਣਾ ਜਿਹੜਾ ਹੈ ਆ ਜਾਵੇ, ਇਸ ਘਰ ਦੇ ਵਿੱਚ ਇਸ ਦੇਸ਼ ਦੇ ਵਿੱਚ ਜਦੋਂ ਵੀ ਕੋਈ ਅਤਿਥੀ ਆਉਂਦਾ ਸੀ ਨਾ, ਭਾਵ ਕੋਈ ਬਾਹਰੋਂ ਚੱਲ ਕੇ ਆਉਂਦਾ ਸੀ, ਉਸ ਦੀ ਸੇਵਾ ਅਤੇ ਭਾਵਨਾ ਬੜੀ ਸ਼ਰਧਾ ਅਤੇ ਪਿਆਰ ਸਤਿਕਾਰ ਸਹਿਤ ਕੀਤੀ ਜਾਂਦੀ ਹੈ। ਜੋ ਦੇਖੇ ਸੁਖ ਵਾਵੈ ਤਾਹੇ ਦੇਸ ਕੀ ਰੀਤ। ਅਤੇ ਇੱਥੋਂ ਦਾ ਇੱਕ ਹੋਰ ਕੰਮ ਸੀ, ਹੁਣ ਇੱਥੇ ਨਾ ਅਨਾਜ ਹੁੰਦਾ ਹੈ, ਨਾ ਇੱਥੇ ਜਿਹੜੀ ਹੈ ਅੱਗ ਬਲਦੀ ਹੈ। ਜੋ ਆਪ ਆਹਾਰ ਖਾਂਦੇ ਸਨ ਉਹੀ ਖਵਾਉਣਾ ਪੈਂਦਾ ਸੀ। ਇਸ ਕਰਕੇ ਇਹ ਆਪ ਵੀ ਮਾਸ ਖਾਂਦੇ ਸੀ ਅਤੇ ਆਏ ਗਏ ਅਤਿਥੀ ਨੂੰ ਵੀ ਮਾਸ ਜਿਹੜਾ ਅੱਗ ਦੀ ਰੋਸ਼ਨੀ ਦੇ ਵਿੱਚ ਪਕਾ ਕੇ ਛਕਾਉਂਦੇ ਹਨ ਜੀ। ਚੌਪਈ ਬੈਠੇ ਗੁਰੂ ਜਾਏ ਇਕ ਥਾਏ। ਆਂਦੇ ਉਸ ਸਮੇਂ ਧੰਨ ਗੁਰੂ ਨਾਨਕ ਸਿੰਘ ਜੀ ਮਹਾਰਾਜ ਇੱਕ ਥਾਂ 'ਤੇ ਨਗਰੋਂ ਬਾਹਰ ਬੈਠ ਗਏ ਹਨ ਜੀ। ਦੰਬੇ ਤੇ ਅਲੀਅਲ ਚਰਾਏ। ਆਂਦੇ ਉਸੇ ਸਮੇਂ ਇੱਕ ਜਿਹੜਾ ਆਦੜੀ ਸੀ ਦੁੰਬੇ ਚੜਾਉਣ ਵਾਲਾ, ਜਿਹਨੂੰ ਆਪਾਂ ਇਸ ਤਰ੍ਹਾਂ ਕਹਿ ਸਕਦੇ ਹਾਂ, ਕੋਈ ਭੇਡਾਂ ਚਰਾਉਣ ਵਾਲਾ, ਕੋਈ ਪਹਾੜੀ ਇਲਾਕਿਆਂ ਦੇ ਵਿੱਚ ਜਾਤ ਜਿਹੜੇ ਹੁੰਦੇ ਹਨ, ਪਹਾੜੀ ਗਾਵਾਂ, ਉਹਨਾਂ ਨੂੰ ਦੁੰਬੇ ਵੀ ਕਹਿ ਦਿੰਦੇ ਨੇ। ਆ ਸਿੱਕਮ ਦੀ ਧਰਤੀ ਵੱਲ ਤੁਸੀਂ ਚਲੇ ਜਾਓ ਆਦਿ। ਆਂਦੇ ਇੱਕ ਆਜੜੀ ਜਿਹੜਾ ਹੈ ਉੱਥੇ ਦੁੰਬੇ ਚਰਾ ਰਿਹਾ ਸੀ ਜੀ। ਸੋ ਆਇਓ ਸੀ ਨਾਨਕ ਪਾਸਾ। ਉਹ ਆਪਣੇ ਦੁੰਬੇ ਚੜਾਉਂਦਾ
ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਆ ਬੈਠਾ ਹੈ ਜੀ। ਠਾਂਡੋ ਨਿਕਟ ਕੀਨ ਅਰਦਾਸਾ। ਬੜੇ ਪਿਆਰ ਪ੍ਰੇਮ ਸ਼ਰਧਾ ਭਾਵਨਾ ਦੇ ਨਾਲ ਲਾਗੇ ਖਲੋ ਕਰਕੇ ਨਾ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਗੁਰ ਕੀ ਸੰਗਤ ਜੀ ਇਹ ਦੋਨੋਂ ਹੱਥ ਜੋੜ ਕੇ ਅਰਦਾਸ ਕਰਦਾ ਹੈ ਜੀ। ਮਾਰੋ ਦੁੰਬਾ ਭੋਜਨ ਕਰੀਏ। ਕਹਿਣ ਲੱਗਾ ਹੈ ਜਗਿਆਸੂ, ਹੇ ਤਪਸਵੀ, ਹੇ ਸਾਧੂ ਜੀ, ਤੁਸੀਂ ਇਸ ਤਰ੍ਹਾਂ ਲੱਗਦੇ ਹੋ ਕਿਸੇ ਓਪਰੇ ਦੇਸ਼ 'ਚੋਂ ਆਏ ਹੋ ਤੇ ਹੁਣ ਸਾਡੇ ਦੇਸ਼ ਵਿੱਚ ਆ ਗਏ ਹੋ। ਇੱਦਾਂ ਕਰੀਏ, ਤੁਸੀਂ ਹੁਣ ਮੈਂ ਦੁੰਬੇ ਨੂੰ ਮਾਰਦਾ ਹਾਂ, ਭਾਵ ਦੁੰਬੇ ਦਾ ਸ਼ਿਕਾਰ ਕਰਦਾ ਹਾਂ ਤੇ ਉਹਦਾ ਭੋਜਨ ਆਹਾਰ ਜਿਹੜਾ ਹੈ ਫਿਰ ਤੁਸੀਂ ਛਕਣਾ ਕਰੋ ਜੀ। ਸ਼ਰਮ ਮਾਰਗ ਕੋ ਸਭ ਪਰ ਹਰੀਏ। ਤੁਸੀਂ ਬੜੇ ਦੂਰੋਂ ਚੱਲ ਕੇ ਆਏ ਹੋ। ਸ਼ਰਮ ਦੇ ਅਰਥ ਆਉਂਦੇ ਨੇ ਥਕਾਵਟ ਹੋ ਜਾਣੀ। ਤੁਸੀਂ ਬੜੇ ਦੂਰੋਂ ਚੱਲ ਕੇ ਆਏ ਹੋ, ਸਰੀਰ ਨੂੰ ਥਕਾਵਟ ਹੋ ਗਈ ਹੋਵੇਗੀ। ਪਹਿਲਾਂ ਤੁਸੀਂ ਭੋਜਨ ਪਾਣੀ ਕਰੋ, ਉਪਰੰਤ ਤੁਸੀਂ ਜਿਹੜਾ ਹੈ ਵਿਸ਼ਰਾਮ ਕਰੋ ਜੀ। ਜੇ ਤੁਮ ਖਾਓ ਨ ਮੋਰ ਉਚਾਰੇ। ਤੇ ਕਹਿਣ ਲੱਗੇ, ਹੇ ਜਗਿਆਸੂ, ਹੇ ਸਾਧੂ ਜੀ, ਜੇ ਤੁਸੀਂ ਇਹ ਦੁੰਬਾ ਨਾ ਖਾਧਾ, ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਜੋ ਮੈਂ ਤੁਹਾਨੂੰ ਆਹਾਰ ਦੇ ਰਿਹਾ ਹਾਂ ਉਹ ਜੇ ਤੁਸੀਂ ਨਾ ਖਾਧਾ ਜੀ। ਮੇਰੋ ਖਾਵਦ ਮੋਕੋ ਮਾਰੇ। ਮੇਰੂ ਖਾਵੰਦ, ਖਾਵੰਦ ਕਹਿੰਦੇ ਨੇ ਮਾਲਕ ਨੂੰ। ਅੰਧ ਜਿਹੜਾ ਮੇਰਾ ਮਾਲਕ ਹੈ ਨਾ ਉਹ ਮੈਨੂੰ ਜਿਹੜਾ ਹੈ ਜਾਨੋਂ ਮਾਰ ਦੇਵੇਗਾ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸ ਕਰਕੇ ਮੈਂ ਤੁਹਾਨੂੰ ਦੁੰਬਾ ਮਾਰ ਕੇ ਉਹਦਾ ਭੋਜਨ ਬਣਾ ਕੇ ਛਕਣ ਲਈ ਦੇਵਾਂਗਾ, ਤੁਸੀਂ ਖਾ ਲਓ। ਜੇ ਨਾ ਖਾਓਗੇ ਤੇ ਮੇਰਾ ਖਾਵੰਦ, ਮੇਰਾ ਮਾਲਕ ਜਿਹੜਾ ਹੈ ਉਹ ਮੈਨੂੰ ਜਾਨੋਂ ਮਾਰ ਦੇਵੇਗਾ। ਦੇਸ ਰੀਤ ਹੰਬਰੀ ਹੈ ਇਹ ਸਾਡੇ ਦੇਸ਼ ਦੀ ਰੀਤੀ ਹੈ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਅਸਲ ਦੇ ਵਿੱਚ ਉਹ ਬਚਨ ਇਸ ਕਰਕੇ ਇਹ ਕਹਿ ਰਿਹਾ ਸੀ ਕਿ ਜਿਸ ਦੇਸ਼ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਹੁਣ ਆਪਣੇ ਚਰਨ ਪਾਏ ਹਨ, ਉਸ ਦੇਸ਼ ਦਾ ਇਹ ਬੜੀ ਪਿਆਰੀ ਰੀਤੀ ਸੀ ਕਿ ਆਏ ਗਏ ਅਤਿਥੀ ਦੀ ਸੇਵਾ ਭਾਵਨਾ ਜਿਹੜੀ ਹੈ ਉਹ ਬੜੇ ਚਾਅ ਨਾਲ ਕਰਨੀ ਤੇ ਉਹਨੂੰ ਰੋਟੀ ਤੋਂ ਜਿਹੜਾ ਹੈ ਭੁੱਖਾ ਨਹੀਂ ਰਹਿਣ ਦੇਣਾ। ਇਸ ਕਰਕੇ ਹੁਣ ਜਿਹੜਾ ਵੀ ਪਹਿਲਾਂ ਮਿਲ ਜਾਵੇ ਜਿਹਨੂੰ ਕੋਈ ਅਤਿਥੀ, ਇਹ ਉਹਦਾ ਫਰਜ਼ ਸੀ ਕਿ ਸਭ ਤੋਂ ਪਹਿਲਾਂ ਜਿੰਨੇ ਅਤਿਥੀ ਨੂੰ ਦੇਖ ਲਿਆ ਉਹਨੇ ਹੀ ਜਿਹੜਾ ਹੈ ਉਹਨੂੰ ਪ੍ਰਸ਼ਾਦਾ ਪਾਣੀ ਛਕਾਉਣਾ ਹੈ। ਇਹ ਨਹੀਂ ਹੋਣਾ ਕਿ ਉਹਨੂੰ ਦੇਖ ਲਿਆ ਤੇ ਅੱਖੋਂ ਪਰੋਲੇ ਕਰ ਦਈਏ। ਇਸ ਦੇਸ਼ ਦਾ ਜੋ ਰਾਜਾ ਹੈ ਉਹਨੇ ਇਹ ਹੁਕਮ ਜਾਰੀ ਕੀਤਾ ਹੋਇਆ ਹੈ, ਜਿਹੜਾ ਵੀ ਕਿਸੇ ਅਤਿਥੀ ਨੂੰ ਦੇਖ ਲਵੇ, ਜਿੰਨੇ ਵੀ ਦੇਖ ਲਿਆ ਉਹ ਸਭ ਤੋਂ ਪਹਿਲਾਂ ਆਪਣਾ ਕੰਮਕਾਰ ਛੱਡ ਕੇ ਉਹਦੀ ਸੇਵਾ ਦੇ ਵਿੱਚ ਜੁਟ ਜਾਵੇ ਜੀ। ਜੋ ਦੇਖੇ ਸੋ ਭੋਜਨ ਦੇਹੀ। ਜਿਹੜਾ ਦੇਖੇਗਾ ਸਭ ਤੋਂ ਪਹਿਲਾਂ ਉਹੀ ਉਸ ਅਤਿਥੀ ਨੂੰ ਆਹਾਰ ਭੋਜਨ ਕਰਾਵੇਗਾ। ਜੇ ਨਾ ਦੇ ਤੇ ਡੰਡ ਲਗਾਵੇ। ਤੇ ਜੇ ਕੋਈ ਹੁਣ ਅਵੱਗਿਆ ਕਰੇਗਾ ਇਸ ਹੁਕਮ ਦੀ ਕਿ ਬਾਹਰੋਂ ਆਏ ਹੋਏ ਅਤਿਥੀ ਨੂੰ ਦੇਖ ਲਵੇ ਤੇ ਫਿਰ ਉਹਦੀ ਸੇਵਾ ਪਾਣੀ ਨਾ ਕਰੇ, ਉਹਨੂੰ ਭੋਜਨ ਪ੍ਰਸ਼ਾਦਾ ਨਾ ਪੁੱਛੇ ਤੇ ਉਹਨੂੰ ਫਿਰ ਰਾਜ ਦਰਬਾਰ ਵੱਲੋਂ ਜੋ ਦੰਡ, ਜੋ ਸਜ਼ਾ ਐਲਾਨੀ ਗਈ ਹੈ ਉਹ ਉਹਦਾ ਹੱਕਦਾਰ ਹੋਵੇਗਾ। ਮਿਲ ਨਰ ਤਾਕੋ ਬਹੁਤ ਲਜਾਵੇ। ਤੇ ਉੱਥੋਂ ਦੇ ਲੋਕ ਵੀ ਫਿਰ ਜਿਹੜੇ ਨੇ ਮਿਲ ਕਰਕੇ ਇਹਨੂੰ ਲਾਹਨਤਾਂ ਪਾਉਣਗੇ ਕਿ ਤੂੰ ਆਏ ਗਏ ਅਤਿਥੀ ਦੀ ਜਿਹੜੀ ਹੈ ਸੇਵਾ ਨਹੀਂ ਕੀਤੀ। ਕਹਿੰਦੇ ਇਸ ਤਰ੍ਹਾਂ ਮੈਨੂੰ ਜਿਹੜੀ ਹੈ ਉਹ ਬੜੀ ਸ਼ਰਮ ਮਹਿਸੂਸ ਹੋਵੇਗੀ, ਮੈਂ ਸ਼ਰਮਿੰਦਗੀ ਮਹਿਸੂਸ ਕਰਾਂਗਾ। ਦੋਹਰਾ ਅਨ ਅਗਨ ਏਠਾ ਨਹੀਂ ਨਾਹੀ ਉਡੀ ਕੋ ਤਾਹੇ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਫਿਰ ਗੁਰੂ ਕਿਰਪਾ ਆਖੋ ਸਤਨਾਮ ਸ੍ਰੀ ਵਾਹਿਗੁਰੂ। ਅੱਗੋਂ ਇਹ ਆਜੜੀ ਕਹਿੰਦਾ, ਇਹ ਸਾਧੂ ਜੀ, ਜੇ ਕਿਤੇ ਤੁਸੀਂ ਹੁਣ ਇਹ ਸੋਚੋ ਨਾ ਕਿ ਤੁਹਾਨੂੰ ਇਸ ਮਾਸ ਤੋਂ ਬਿਨਾਂ ਕੁਝ ਹੋਰ ਖਾਣ ਲਈ ਮਿਲ ਜਾਣਾ ਹੈ ਤੇ ਤੁਹਾਡਾ ਭੁਲੇਖਾ ਜੀ। ਹੁਣ ਇਸ ਮਾਸ ਤੋਂ ਇਲਾਵਾ ਇਸ ਇਲਾਕੇ ਦੇ ਵਿੱਚ ਤੁਹਾਨੂੰ ਕੁਝ ਨਹੀਂ ਮਿਲਣਾ, ਕਿਉਂਕਿ ਸਾਡਾ ਤੇ ਆਹਾਰ ਹੀ ਇਹੀ ਹੈ ਤੇ ਆਏ ਗਏ ਨੂੰ ਵੀ ਆਪਾਂ ਇਹੀ ਦਿੰਦੇ ਹਾਂ।
ਤੇ ਹੁਣ ਤੁਸੀਂ ਮਸ ਇਸ ਉਡੀਕ ਦੇ ਵਿੱਚ ਰਹਿ ਜਾਇਓ ਕਿ ਇਹ ਕੋਈ ਅੰਨ ਪਕਾ ਕੇ ਲਿਆਏਗਾ, ਰੋਟੀ ਪ੍ਰਸ਼ਾਦਾ ਸਬਜ਼ੀ ਸੁਬਜ਼ੀ ਬਣਾਏਗਾ ਤੇ ਫਿਰ ਛਕਾਂਗੇ। ਤੁਹਾਨੂੰ ਤਾਂ ਇਹੀ ਛਕਣਾ ਪੈਣਾ ਹੈ। ਗੁਰੂ ਕਹੇ ਤੂੰ ਪਾਕੋ ਦਿਓ ਪਕਾਏ ਤਾਂ ਖਾਏ। ਗੁਰੂ ਨਾਨਕ ਸਾਹਿਬ ਜੀ ਮੁਸਕਰਾਏ, ਇਸ ਆਜੜੀ ਦੇ ਬਚਨਾਂ ਨੂੰ ਸੁਣਨਾ ਕੀਤਾ ਤੇ ਉਪਰੰਤ ਹੁਣ ਉੱਤਰ ਦੇ ਰਹੇ ਨੇ। ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਇਹ ਆਜੜੀ ਜਾ ਡੂੰਬੇ ਦਾ ਸ਼ਿਕਾਰ ਕਰ ਤੇ ਉਹਦਾ ਭੋਜਨ ਪਕਾ ਕੇ ਜਿਹੜਾ ਹੈ ਲਿਆਉਣਾ ਕਰ। ਚੌਪਾਈ ਮਾਰ ਦੁੰਬਾ ਦਿਨ ਪਾਸ ਮਨਾਇਓ। ਅਤੇ ਉਹਨੇ ਡੂੰਬੇ ਦਾ ਸ਼ਿਕਾਰ ਕੀਤਾ ਤੇ ਉਹਨੂੰ ਜਿਹੜਾ ਹੈ ਆਹਾਰ ਰੂਪ ਤਿਆਰ ਕੀਤਾ ਹੈ ਜੀ। ਜਾਪ ਪਾਨ ਕਰ ਤਬੇ ਪੁਕਾਇਓ। ਤੇ ਉਹਨੂੰ ਜਿਹੜਾ ਹੈ ਮੰਤਰਾਂ ਦੇ ਨਾਲ ਜਿਹੜਾ ਹੈ ਸੂਰਜ ਦੀ ਰੋਸ਼ਨੀ ਦੇ ਵਿੱਚ ਪੱਥਰਾਂ ਦੇ ਵਿੱਚ ਰੱਖ ਕੇ ਜਿਹੜਾ ਹੈ ਪਕਾਉਣਾ ਕੀਤਾ। ਕਰ ਤੇ ਅਵਤਾਰ ਦੀਨ ਅਗਾਰੀ। ਬੜਾ ਦੀਨ ਹੋ ਕਰਕੇ ਉਹਦਾ ਭੋਜਨ ਜਦੋਂ ਪੱਕ ਗਿਆ ਤੇ ਇਹਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਅੱਗੇ ਰੱਖ ਦਿੱਤਾ ਹੈ ਜੀ। ਦੇਖ ਗੁਰੂ ਤਬ ਗਿਰਾ ਉਚਾਰੀ। ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਉਹ ਪੱਕਿਆ ਹੋਇਆ ਮਾਸ ਆਪਣੇ ਸਾਹਮਣੇ ਜਿਹੜਾ ਹੈ ਦੇਖਣਾ ਕੀਤਾ ਤੇ ਉਦੋਂ ਇਸ ਤਰ੍ਹਾਂ ਬਚਨ ਕਹਿਣ ਲੱਗੇ ਹਨ। ਇਸ ਕੀ ਅਸਤ ਖਾਲ ਹੈ ਜੋ। ਕਹਿਣ ਲੱਗੇ ਐ ਆਜੜੀ ਜਦੋਂ ਤੂੰ ਡੂੰਬੇ ਦਾ ਸ਼ਿਕਾਰ ਕੀਤਾ ਬਾਅਦ 'ਚ ਇਹਨੂੰ ਵੱਢ ਟੁੱਕ ਕੀਤੀ ਹੈ ਨਾ, ਇਹਦੀ ਉੱਪਰਲੀ ਖੱਲ ਕਿੱਥੇ ਹੈ? ਤੇ ਕਹਿੰਦਾ ਹੈ ਕਿ ਉਹ ਤੇ ਇੱਕ ਸਾਈਡ ਤੇ ਮੈਂ ਸੁੱਟ ਦਿੱਤੀ ਹੈ। ਇਸ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜਿਹੜੀ ਇਹਦੀ ਅਸਲ ਖੱਲ ਹੈ ਨਾ ਉਹ ਲਿਆਉਣੀ ਕਰ। ਇਕੱਠੀ ਕਰ ਟਿਕ ਆਨਸ। ਉਹ ਸਾਰਾ ਕੁਝ ਉਹਦੀਆਂ ਹੱਡੀਆਂ, ਉਹਦੀ ਮਿੱਝ, ਉਹਦੀਆਂ ਆਂਤੜੀਆਂ ਤੇ ਉਹਦੇ ਉੱਪਰਲੀ ਖੱਲ, ਇਹਨੂੰ ਸਾਰੇ ਨੂੰ ਇਕੱਠਾ ਕਰ ਤੇ ਸਾਡੇ ਪਾਸ ਲੈ ਕੇ ਆ। ਆਈ ਸਮਾਨ ਅਸਤ ਤੁਮ ਸਸਾਰੇ। ਆਂਦੇ ਇਸ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਇਹਨੂੰ ਜਦੋਂ ਬਚਨ ਕਹੇ ਤੇ ਇਹਨੇ ਸਭ ਕੁਝ ਜਿਹੜਾ ਹੈ ਇਕੱਠਾ ਕਰਨਾ ਕੀਤਾ। ਪਾਏ ਚਰਮ ਮੇ ਧਰੇ ਅਗਾਰੇ। ਜਿੱਥੇ ਉਹ ਮਾਸ ਪਕਾ ਕੇ ਰੱਖਿਆ ਸੀ ਨਾ ਸਾਹਮਣੇ, ਉੱਥੇ ਨਾਲ ਉੱਪਰਲੀ ਖੱਲ ਜਿਹੜੀ ਹੁੰਦੀ ਹੈ ਉਹ ਲਾਈ ਹੋਈ ਸੀ, ਉਹ ਵੀ ਲੈ ਆਉਂਦੀ। ਹੱਡੀਆਂ, ਮਾਂਸ, ਆਂਤੜੀਆਂ ਆਦਿਕ ਸਭ ਕੁਝ ਲਿਆ ਕੇ ਇੱਕ ਥਾਂ ਜਿਹੜਾ ਹੈ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਸਾਹਮਣੇ ਰੱਖ ਦਿੱਤਾ। ਤੇ ਲੋਕ ਬੋਲੇ ਜਗ ਸਾਈ। ਤੇ ਇੰਨਾ ਕੁਝ ਜੋ ਸਾਹਮਣੇ ਸੀ ਉਸ ਡੂੰਬੇ ਦਾ ਪਿਆ, ਉਹਨੂੰ ਦੇਖ ਕੇ ਜਗਤ ਦੇ ਸਾਈਂ ਇਸ ਤਰ੍ਹਾਂ ਉਹਨਾਂ ਨੇ ਗਿਰਾ ਉਚਾਰੀ ਹੈ ਜੀ। ਉਠ ਦਮ ਵਿਚਾਰੇ ਹਰਿਆਈ। ਪਿਆਰ ਨਾਲ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਸਭ ਕੁਝ ਇਕੱਠਾ ਕਰਾ ਲਿਆ। ਜਦੋਂ ਇਕੱਠਾ ਹੋਇਆ ਸਾਹਮਣੇ ਦੇਖਿਆ ਤੇ ਬਚਨ ਕਹਿਣ ਲੱਗੇ ਆ ਡੂੰਬੇ ਉੱਠ ਉੱਠ ਤੇ ਹੁਣ ਜਿਹੜਾ ਹੈ ਹਰਾ ਘਾਹ ਜਿਹੜਾ ਹੈ ਚਰਨਾ ਕਰ। ਪਿਆਰ ਨਾਲ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇੱਕ ਬਾਣੀ ਦੇ ਅੰਦਰ ਬਚਨ ਹੈ, ਬਾਣੀ ਨੇ ਇਸ ਗੱਲ ਦੀ ਮੁਹਰ ਲਾਈ ਹੈ, ਸਤਿਗੁਰ ਮੇਰਾ ਮਾਰ ਜੀਵਾਲੈ, ਸਤਿਗੁਰ ਮੇਰਾ ਸਦਾ ਪ੍ਰਤਪਾਲੈ। ਉਹ ਰੱਬ ਜਿਹੜਾ ਹੈ, ਅਕਾਲ ਪੁਰਖ ਜਿਹੜਾ ਹੈ ਨਾ, ਮੁਰਦਿਆਂ ਦੇ ਵਿੱਚ ਜਿਹੜਾ ਹੈ ਜਾਨ ਪਾ ਸਕਦਾ ਹੈ। ਦੋ ਘਟਨਾਵਾਂ ਹੋਰ ਸਾਂਝੀਆਂ ਕਰਾਂ ਸੰਖੇਪ ਦੇ ਵਿੱਚ। ਬਾਬਾ ਟਲ ਰਾਏ ਆਪਣੇ ਦੋਸਤ ਨੂੰ ਕਹਿੰਦੇ ਨੇ ਉਹਦੇ ਗਲ 'ਚ ਖੁੰਡੀ ਪਾ ਕੇ ਮੋਹਨ ਵਾਰੀ ਦੇ ਉੱਠ, ਤੇ ਮੋਹਨ ਉੱਠ ਖਲੋਂਦਾ ਹੈ। ਬਾਬਾ ਫਰੀਦ ਕਹਿੰਦਾ ਚਿੜੀਓ ਜਿੰਦੀਆਂ ਹੋ ਜਾਓ, ਚਿੜੀਆਂ ਜਿੰਦੀਆਂ ਹੋ ਜਾਂਦੀਆਂ, ਚਿੜੀਆਂ ਕਹਿੰਦੇ ਮਰ ਜਾਓ, ਚਿੜੀਆਂ ਮਰ ਜਾਂਦੀਆਂ। ਇਹ ਰੱਬੀ ਵਾਕ ਕੋਈ ਰੱਬੀ ਮਨੁੱਖ ਕਵੇ ਤੇ ਫਿਰ ਤਾਂ ਬੜੇ ਸੰਪੂਰਨ ਹਨ। ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰ ਬਰੇ ਹੋ, ਧੰਨ ਨਾਨਕ ਤੇਰੀ ਵੱਡੀ ਕਮਾਈ, ਸਿੱਧ ਬੋਲਣ ਸ਼ੁਭ ਬਚਨ, ਜਿੱਥੇ ਬਾਬਾ ਪੈਰ ਧਰੇ, ਪੂਜਾ ਆਸਨ ਥਾਪਨ ਸੋਵਾ, ਗੁਰੂ ਨਾਨਕ ਜਿਨ ਸੁਣਿਆ ਭੇਖਿਆ, ਸੇ ਫਿਰ ਗਰਬਾਸ ਨਾ ਭਰਿਆ। ਇਹ ਡੂੰਬੇ ਦਾ ਸ਼ਿਕਾਰ ਕਰਦਾ, ਉਹਨੂੰ ਪਕਾ ਕੇ ਅੱਗੇ ਰੱਖਦਾ ਹੈ
ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਇਹਦੀਆਂ ਹੱਡੀਆਂ, ਇਹਦੀ ਮਿੱਝ, ਇਹਦੀ ਆਂਤੜੀਆਂ, ਇਹਦੀ ਖੱਲ ਜਿਹੜੀ ਹੈ ਪਿਆਰਿਆ ਸਾਹਮਣੇ ਰੱਖ ਸਾਡੇ। ਜਿਉਂ ਹੀ ਰੱਖਣ ਦੀ ਦੇਰ ਹੋਈ ਤੇ ਮੁਖਾਰ ਬਿੰਦ ਤੋਂ ਮੇਰੇ ਮਾਲਕ ਦੇ ਮੂੰਹ ਦੇ ਵਿੱਚੋਂ ਜਿਹੜੇ ਬਚਨ ਨਿਕਲੇ, ਕਹਿਣ ਲੱਗੇ ਉਹ ਦੁੰਬੇ ਉੱਠ ਤੇ ਜਾ, ਹਰਾ ਘਾਹ ਚਰਨਾ ਕਰ। ਬਚਨ ਕਰੇ ਜੀਵਿਓ ਤਤਕਾਲ। ਆਂਦੇ ਬਚਨ ਕਰਨ ਦੀ ਦੇਰ ਸੀ, ਐਡੇ ਟਾਈਮ ਉਸੇ ਟਾਈਮ ਉਹ ਦੁੰਬਾ ਜਿਹੜਾ ਉੱਠ ਕੇ ਭੱਜ ਖਲੋਤਾ। ਪਿਆਰ ਨਾਲ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਗੁਰੂ ਨਾਨਕ ਦੇ ਘਰ ਦੀ ਵਡਿਆਈ, ਇਹ ਗੁਰੂ ਨਾਨਕ ਦੇ ਘਰ ਦੀ ਕਲਾ, ਇਹ ਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਪਵਿੱਤਰ ਜੀਵਨ ਜੋ ਆਪ ਸਰਵਣ ਕਰ ਰਹੇ ਹੋ। ਦੇਖਤ ਪਿਓ ਹੈਰਾਨ ਦਿਆਲਾ। ਉਹ ਆਜੜੀ ਜਿਹੜਾ ਹੈ ਉਹ ਦੇਖਦਾ ਹੀ ਰਹਿ ਗਿਆ। ਅੱਖਾਂ ਜਿਹੜੀਆਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ। ਜਿਹੜੀ ਧਰਤੀ ਹੁਣ ਪੈਰਾਂ ਨੂੰ ਵੇਲ ਨਹੀਂ ਦੇ ਰਹੀ ਕਿ ਬਣਿਆ ਕੀ ਮੇਰੇ ਨਾਲ। ਅੱਜ ਤੱਕ ਇਹੋ ਜਿਹੀ ਕਲਾ ਜਿਹੜੀ ਹੈ ਕੋਈ ਵਰਤੀ ਨਹੀਂ ਇਸ ਧਰਤੀ ਦੇ ਉੱਤੇ। ਜਿਹੜਾ ਅਤਿਥੀ ਆਇਆ ਉਹਨੂੰ ਤਾਂ ਆਪਾਂ ਇਹੀ ਕੁਝ ਦਿੱਤਾ ਜੋ ਆਪ ਖਾਂਦੇ ਹਾਂ। ਪਰ ਇਹ ਕਿਹੜਾ ਰੱਬੀ ਪੁਰਸ਼ ਹੈ ਜਿਹਨੇ ਸਾਡੀ ਧਰਤੀ 'ਤੇ ਪੈਰ ਪਾਏ। ਪਹਿਲਾਂ ਮੈਂ ਉਹਦਾ ਸ਼ਿਕਾਰ ਕੀਤਾ ਤੇ ਮਰੇ ਹੋਏ ਦੁੰਬੇ ਨੂੰ ਬਸ ਇੰਨੀ ਗੱਲ ਕਹਿਣ ਦੀ ਦੇਰ। ਇੱਕ ਤਾਂ ਹੁੰਦਾ ਨਾ ਥੋੜ੍ਹਾ ਬਹੁਤਾ ਕਿਸੇ ਦਾ ਸਾਹ ਚੱਲਦਾ ਏ। ਇੱਥੇ ਤਾਂ ਵੱਖੋ ਵੱਖ ਪਾਠ ਜਿਹੜੇ ਨੇ ਉਹ ਪਏ ਹੋਏ ਨੇ। ਹੱਡੀਆਂ, ਮਿੱਝ, ਰਕਤ, ਆਂਤੜੀਆਂ ਆਦਿ। ਤੇ ਉਹ ਰੱਬੀ ਪੁਰਸ਼ ਕਹਿੰਦਾ ਹੈ ਦੁੰਬਿਆ ਉੱਠ ਭੱਜ ਤੇ ਹਰਾ ਘਾਹ ਚਰ। ਤੇ ਤਤਕਾਲ ਕਵੀ ਰਾਜ ਜੀ ਕਹਿੰਦੇ ਉਹ ਦੁੰਬਾ ਉੱਠ ਖਲੋਤਾ, ਭੱਜ ਖਲੋਤਾ ਤੇ ਹਰਾ ਘਾਹ ਚਰਨ ਬਹਿ ਗਿਆ। ਜਦੋਂ ਇੰਨਾ ਕਲਾ ਦੇਖੀ ਨਾ ਇਸ ਆਜੜੀ ਨੇ ਇਹ ਬੜਾ ਹੈਰਾਨ ਯੁਕਤ ਹੋਇਆ ਹੈ ਜੀ। ਕਲਾਵਾਨ ਜਬ ਮਨ ਮੈਂ ਚੀਨੰਗ। ਤੇ ਇਹਨੇ ਦੇਖਿਆ ਆਪਣੇ ਮਨ ਨੂੰ ਇਹਨੇ ਦਰਵਾਜ਼ਾ ਦਿੱਤਾ ਹੈ ਹੁਣ ਕਿ ਇਹ ਮਹਾਂਪੁਰਖ ਜਿਹੜਾ ਹੈ ਬੜਾ ਕਲਾਵਾਨ ਹੈ, ਭਾਵ ਬੜਾ ਸ਼ਕਤੀ ਦਾ ਮਾਲਕ ਹੈ ਜੀ। ਚਰਨ ਕਮਲ ਪਰ ਬੰਧਨ ਕੀ ਨੰਗ। ਇਹੋ ਜਿਹੇ ਮਹਾਂਪੁਰਸ਼ ਦੇ ਚਰਨਾਂ ਦੇ ਉੱਤੇ ਦੰਡੋਤਵਤ ਹੋ ਕਰਕੇ ਇਹਨੇ ਐਡੇ ਟਾਈਮ ਨਮਸਕਾਰ ਕੀਤੀ ਹੈ ਜੀ। ਵੈਸੇ ਉਹ ਸਰਦਾ ਤਾਰ ਸਮੀਪ। ਤੇ ਬੜੀ ਸ਼ਰਧਾ ਧਾਰ ਕੇ ਗੁਰੂ ਨਾਨਕ ਦੇ ਕੋਲ ਬੈਠ ਗਿਆ ਹੈ। ਤਬ ਬੋਲੇ ਬੇਂਦੀ ਕੁਲ ਦੀਪ। ਬੇਦੀ ਕੁਲ ਦੇ ਦੀਪ ਧੰਨ ਗੁਰੂ ਨਾਨਕ ਸਾਹਿਬ ਜੀ। ਤਿਨ ਬੇਦੀਆਂ ਕੇ ਕੁਲ ਵਿਖੇ ਪ੍ਰਗਟੇ ਨਾਨਕ ਰਾਏ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਫਿਰ ਬੋਲੇ ਹਨ ਜੀ। ਸਾਹਬ ਸਾਲ ਬਲੋ ਕੋ ਜੋ। ਕਹਿਣ ਲੱਗੇ ਧੰਨ ਗੁਰੂ ਨਾਨਕ ਸਾਹਿਬ ਜੀ, ਹੇ ਭਾਈ ਇਹ ਜਿਹੜਾ ਅਕਾਲ ਪੁਰਖ ਵਾਹਿਗੁਰੂ ਨੇ ਵਿਸ਼ਾਲ ਸੰਸਾਰ ਬਣਾਇਆ ਹੈ ਜੀ। ਘੁਰ ਦੇ ਜਾਏ ਬਲਾਵੋ ਸੋ। ਆਂਦੇ ਜਿਹੜਾ ਤੇਰੇ ਨਗਰ ਦੇ ਵਿੱਚ ਕੋਈ ਵੱਡਾ ਤੇ ਅਮੀਰ ਆਦਮੀ ਹੋਏਗਾ ਉਹਨੂੰ ਜਿਹੜਾ ਹੈ ਮੇਰੇ ਕੋਲ ਬੁਲਾਉਣਾ ਕਰ। ਆਈ ਸਮਾਨ ਨਗਰ ਮੈਂ ਗਏ। ਆਂਦੇ ਉਸ ਸਮੇਂ ਉਹ ਆਜੜੀ ਆਪਣੇ ਉਸ ਨਗਰ ਦੇ ਵਿੱਚ ਜਾਂਦਾ ਹੈ ਜੀ। ਸਾ ਏਕ ਡਿਗ ਬੈਠਤ ਪਏ। ਤੇ ਆਂਦੇ ਉਹਨੇ ਇੱਕ ਅਮੀਰ ਆਦਮੀ ਜਿਹੜਾ ਹੈ ਨਾ ਉਹਨੂੰ ਬੁਲਾ ਲਿਆਂਦਾ ਤੇ ਇਸ ਤਰ੍ਹਾਂ ਕੁਝ ਕਹਿਣ ਲੱਗਾ ਹੈ ਜੀ। ਕਹਿਣ ਲੱਗੋ ਸੁਣੀਏ ਬਿਰਤੰਤਾ। ਤੇ ਉਸ ਅਮੀਰ ਆਦਮੀ ਨੂੰ ਨਾ ਆਜੜੀ ਕਹਿੰਦਾ ਮੇਰੀ ਜਿਹੜੀ ਹੈ ਨਾ ਬਿਰਤਾਂਤ ਸੁਣ। ਮੈਂ ਨਗਰੋਂ ਬਾਹਰ ਕੁਝ ਦੇਖ ਕੇ ਆਇਆ। ਉਹ ਕੀ ਵੇਖ ਕੇ ਆਇਆ ਤੂੰ ਸੁਣਨਾ ਕਰ। ਵੈਰ ਸੰਤ ਹੈ ਇੱਕ ਦੁਖ ਹੰਤਾ। ਦੁੱਖਾਂ ਨੂੰ ਤੋੜਨ ਵਾਲਾ, ਦੁੱਖਾਂ ਨੂੰ ਦੂਰ ਕਰਨ ਵਾਲਾ ਸਾਡੇ ਪਿੰਡ ਤੋਂ, ਸਾਡੇ ਨਗਰ ਤੋਂ ਬਾਹਰਵਾਰ ਇੱਕ ਮਹਾਂਪੁਰਖ, ਇੱਕ ਸੰਤ, ਇੱਕ ਪਰ ਉਪਕਾਰੀ ਜਿਹੜਾ ਹੈ ਨਾ ਉਹ ਆ ਕੇ ਬੈਠਾ ਹੈ ਜੀ। ਕਲਾਵਾਨ ਹੈ ਧਰਮ ਉਦਾਰਾ। ਉਹਦਾ ਧਰਮ ਹੈ ਉਧਾਰ ਕਰਨਾ। ਉਹ ਬੜਾ ਕਲਾਵਾਨ ਹੈ, ਭਾਵ ਉਹ ਬੜਾ ਸ਼ਕਤੀ ਦੇ ਨਾਲ ਨਕਾਨਕ ਭਰਪੂਰ ਹੈ। ਦੇਹ ਨ ਤੋ ਕੋ ਨਿਕਟ ਹਕਾਰਾ। ਉਹਨੇ ਮੈਨੂੰ ਆਖਿਆ ਜਿਹੜਾ ਤੁਹਾਡੇ ਨਗਰ ਦੇ ਵਿੱਚ ਕੋਈ ਅਮੀਰ ਹੋਵੇ ਉਹਨੂੰ ਮੇਰੇ ਕੋਲ ਬੁਲਾ ਕੇ ਲਿਆ। ਤੇ ਹੁਣ ਨਗਰ ਦੇ ਵਿੱਚ ਕੀ ਹੁੰਦਾ ਹੈ, ਜ਼ਿਆਦਾਤਰ ਤਾਂ ਸ਼ਾਹੂਕਾਰ ਜਾਂ ਲੰਬੜਦਾਰ ਹੀ ਅਮੀਰ ਹੁੰਦੇ ਨੇ ਨਾ ਪਿੰਡਾਂ ਥਾਵਾਂ ਦੇ ਵਿੱਚ।
ਉਸ ਸਮੇਂ ਦਾ ਜਿਹੜਾ ਸ਼ਾਹੂਕਾਰ ਸੀ ਨਾ, ਉਹਨੂੰ ਇਹ ਆਜੜੀ ਕਹਿ ਰਿਹਾ ਹੈ ਕਿ ਹੁਣ ਤੂੰ ਮੇਰੇ ਨਾਲ ਚੱਲ, ਤੈਨੂੰ ਉਸ ਸਾਧੂ ਨੇ, ਉਸ ਸੰਤ ਨੇ ਬੁਲਾਇਆ ਹੈ ਜੀ। ਸੁਣਤ ਸਾਤਰ ਹਰਖ ਵਿਸਾਲਾ। ਅਤੇ ਜਦੋਂ ਇੰਨੇ ਬਚਨ ਉਸ ਸ਼ਾਹੂਕਾਰ ਨੇ ਸੁਣੇ ਨਾ, ਤੇ ਉਹਦੇ ਮਨ ਦੇ ਵਿੱਚ ਬੜੀ ਖੁਸ਼ੀ ਹੋਈ ਹੈ ਜੀ। ਪੁਰ ਤੇ ਨਿਕਸ ਚੱਲਿਓ ਤਤਕਾਲਾ। ਉਹ ਆਜੜੀ ਦੇ ਨਾਲ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਵੱਲ ਜਿਹੜਾ ਹੈ ਤੁਰ ਪਿਆ ਹੈ ਜੀ। ਲੈ ਆਏ ਆਲ ਦੇ ਕੋ ਨਿਜ ਸੰਗਾ। ਤੇ ਆਜੜੀ ਨੂੰ ਕਹਿੰਦਾ ਹੈ ਤੂੰ ਅੱਗੇ ਹੋ, ਤੈਨੂੰ ਰਸਤੇ ਦਾ ਪਤਾ ਹੈ, ਕਿੱਥੇ ਉਹ ਸੰਤ ਮਹਾਂਪੁਰਖ ਬੈਠਾ ਹੈ, ਮੈਂ ਤੇਰੇ ਮਗਰ ਮਗਰ ਤੁਰਦਾ ਹਾਂ ਜੀ। ਗੁਰ ਸਮੀਪ ਆਵਾ ਸੋ ਮੰਗਾ। ਤੇ ਆਂਦੇ ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਲਾਗੇ ਉਹ ਆ ਕੇ ਖਲੋ ਗਏ ਹਨ ਜੀ। ਬੈਠ ਗਿਓ ਪਗ ਬੰਧਨ ਕਰਕੇ। ਦੋਨਾਂ ਨੇ ਦੋਨੋਂ ਹੱਥ ਜੋੜ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਨਮਸਕਾਰ ਕੀਤੀ ਤੇ ਬੜੇ ਅਦਬ ਪ੍ਰੇਮ ਸਹਿਤ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਬੈਠ ਗਏ ਹਨ ਜੀ। ਦਰਸ ਬਿਲੋ ਕਤ ਸੁਖ ਔਰ ਪਾਰਕ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਆਪਣੇ ਨੇਤਰਾਂ ਦੇ ਨਾਲ ਆਂਦੇ ਦਰਸ਼ਨ ਕਰ ਰਹੇ ਨੇ ਤੇ ਦਰਸ਼ਨ ਕਰਦਿਆਂ ਸਾਰ ਹੀ ਮਨ ਜਿਹੜਾ ਹੈ ਖੁਸ਼ੀ ਤੇ ਖੇੜੇ ਦੇ ਨਾਲ ਭਰ ਗਿਆ ਹੈ ਜੀ। ਜਗ ਗੁਰ ਕਹਿਤ ਪਏ ਸੁਨ ਸਾਹੂ। ਤੇ ਆਂਦੇ ਜੋ ਜਗਤ ਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਇਹਨਾਂ ਨੂੰ ਬਚਨ ਕਹੇ, ਉਹ ਸ਼ਾਹੂਕਾਰ ਹੁਣ ਜਿਹੜਾ ਹੈ ਸੁਣ ਰਿਹਾ ਹੈ ਜੀ। ਆਨੋ ਅਨ ਜੇ ਹੈ ਕਰ ਮਾਹੂ। ਕਹਿਣ ਲੱਗੇ ਇਹ ਸ਼ਾਹੂਕਾਰ ਜੀ, ਜੇ ਤੁਹਾਡੇ ਘਰ ਦੇ ਵਿੱਚ ਅੰਨ ਹੈਗਾ ਤੇ ਉਹ ਲਿਆਉਣਾ ਕਰੋ ਜੀ। ਸਾਹਾ ਕਹੇ ਸਗਰੇ ਇਸ ਦੇਸਾ। ਸ਼ਾਹੂਕਾਰ ਕਹਿਣ ਲੱਗਾ ਮਹਾਤਮਾ ਜੀ, ਸਾਡੇ ਇਸ ਸਾਰੇ ਦੇਸ਼ ਦੇ ਵਿੱਚ ਅੰਨ ਨਾ ਉਪਜਤ ਸੁਣ ਦਰਵੇਸਾ। ਕਹਿਣ ਲੱਗੇ ਹੇ ਦਰਵੇਸ਼ ਜੀ, ਤੁਹਾਨੂੰ ਆਜੜੀ ਨੇ ਵੀ ਦੱਸਿਆ ਹੋਵੇਗਾ ਪਹਿਲਾਂ, ਮੈਂ ਇਸ ਨਗਰ ਦਾ ਸ਼ਾਹੂਕਾਰ ਹਾਂ, ਅਮੀਰ ਆਦਮੀ ਹਾਂ। ਮੈਂ ਵੀ ਤੁਹਾਨੂੰ ਹੁਣ ਦੱਸ ਦੇਣਾ ਚਾਹੁੰਦਾ ਹਾਂ, ਇਸ ਦੇਸ਼ ਦੇ ਵਿੱਚ ਅੰਨ ਤੇ ਅੱਗ ਜਿਹੜੀ ਹੈ ਉਹ ਕੁਦਰਤੀ ਤੌਰ 'ਤੇ ਹੁੰਦੀ ਨਹੀਂ। ਪਿਆਰ ਨਾਲ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਿਸ ਅੰਨ ਦੀ ਤੁਸੀਂ ਉਮੰਗ ਕਰ ਰਹੇ ਹੋ, ਉਹ ਆਪਾਂ ਤੁਹਾਨੂੰ ਕਿੱਥੋਂ ਦਈਏ ਜੀ। ਆਮਿਖ ਖਾਨ ਕਰੇ ਨਰ ਸਭ ਹੀ। ਸਾਰੇ ਇੱਥੋਂ ਦੇ ਮਨੁੱਖ ਜਿਹੜੇ ਨੇ ਨਾ, ਉਹ ਬਸ ਮਾਸ ਦੇ ਉੱਤੇ ਇਹਨੂੰ ਆਹਾਰ ਬਣਾ ਕੇ, ਭੋਜਨ ਬਣਾ ਕਰਕੇ ਆਪਣੇ ਜੀਵਨ ਦਾ ਗੁਜ਼ਾਰਾ ਕਰਦੇ ਹਨ ਜੀ। ਤੁਮ ਜੇ ਚਾਹੋ ਲਿਆਓ ਮੈਂ ਆਬਹੀ। ਪਰ ਜੇ ਤੁਸੀਂ ਕਹੋ ਤੇ ਥੋੜਾ ਬਹੁਤਾ ਕਿਤੋਂ ਮੈਂ ਟੋਲ ਟਾਲ ਕੇ ਅਮੀਰ ਤੋਂ ਅਮੀਰ ਆਦਮੀ ਕੋ ਪੁੱਛ ਗਿੱਛ ਕੇ ਜਿਹੜਾ ਹੈ, ਜੇ ਕਿਤੇ ਥੋੜਾ ਬਹੁਤਾ ਅਨਾਜ ਮਿਲ ਜਾਵੇ ਤੇ ਫਿਰ ਤਾਂ ਮੈਂ ਲਿਆ ਸਕਦਾ ਹਾਂ, ਪਰ ਉੱਦਾਂ ਇਹ ਮੁਸ਼ਕਲ ਗੱਲ ਹੈ, ਅਨਾਜ ਮਿਲਣਾ ਨਹੀਂ ਹੈ। ਗੁਰੂ ਕਾਏ ਜੇ ਸਿੱਖੀ ਤਾਰੋ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਨਾ ਉਸ ਸਮੇਂ ਇੱਕ ਬਚਨ ਇਸ ਤਰ੍ਹਾਂ ਕਹੇ, ਕਹਿਣ ਲੱਗੇ ਜੇ ਤੁਸੀਂ ਸਿੱਖੀ ਨੂੰ ਧਾਰਨ ਕਰ ਲਵੋ, ਜੇ ਤੁਸੀਂ ਸਿੱਖ ਬਣ ਜਾਵੋ, ਮੁਖ ਤੇ ਸ੍ਰੀ ਪ੍ਰਭ ਨਾਮ ਉਚਾਰੋ। ਤੇ ਆਪਣੇ ਮੁਖ ਦੇ ਵਿੱਚੋਂ ਰਸਨਾ ਦੇ ਨਾਲ ਉਸ ਪ੍ਰਭੂ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਸਤਿਨਾਮ ਸ੍ਰੀ ਵਾਹਿਗੁਰੂ। ਫਿਰ ਕਰੋ ਕਿਰਪਾ, ਸਤਿਨਾਮ ਸ੍ਰੀ ਵਾਹਿਗੁਰੂ। ਉਹਦਾ ਨਾਮ ਜੇ ਤੁਸੀਂ ਉਚਾਰਨਾ ਕਰੋ, ਅਨ ਅਗਨ ਹਮ ਦੇਵੇ ਦੋ। ਤੇ ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ, ਤੁਹਾਨੂੰ ਇਸ ਧਰਤੀ ਦੇ ਉੱਤੇ ਅੱਜ ਤੋਂ ਬਾਅਦ ਅੰਨ ਵੀ ਮਿਲੇਗਾ। ਤੇ ਜਿਸ ਅਗਨੀ ਦੀ ਤੁਸੀਂ ਗੱਲ ਕਰਦੇ ਹੋ, ਅਗਨੀ ਪੈਦਾ ਨਹੀਂ ਹੁੰਦੀ, ਤੁਹਾਨੂੰ ਅੱਗ ਵੀ ਜਿਹੜੀ ਹੈ ਇਸ ਧਰਤੀ ਤੋਂ ਮਿਲੇਗੀ ਜੀ। ਗਹੇ ਜੋ ਮਤ ਹਮਾਰ ਸਭ ਕੋ। ਆਂਦੇ ਇੰਨੇ ਬਚਨ ਸੁਣ ਕੇ ਤੇ ਸਾਰਿਆਂ ਨੇ ਨਾ ਆਪਣੇ ਮਤ ਦੇ ਵਿੱਚ ਜਿਹੜਾ ਹੈ ਇਸ ਤਰ੍ਹਾਂ ਕਹਿਣਾ ਕੀਤਾ ਹੈ ਜੀ। ਕਿਉਂ ਸੁਨ ਭਾ ਅਧੀਨ ਬਹੁ ਸਾਹੋ। ਇਸ ਤਰ੍ਹਾਂ ਜਦੋਂ ਬਚਨ ਸੁਣੇ ਤੇ ਸ਼ਾਹੂਕਾਰ ਤੇ ਲਾਗੇ ਜਿੰਨੇ ਲੋਕ ਸਨ, ਉਹਨਾਂ ਦੇ ਮਨ ਦੇ ਵਿੱਚ ਬੜਾ ਜਿਹੜਾ ਹੈ ਪਿਆਰ ਜਾਗਿਆ ਹੈ ਜੀ। ਸੰਤ ਰੂਪ ਤੁਮ ਬੇਪਰਵਾਹ ਹੋ। ਤੁਸੀਂ ਬੇਪਰਵਾਹ ਹੋ, ਤੁਸੀਂ ਸੰਤ ਰੂਪ ਹੋ, ਧੰਨ ਗੁਰੂ ਨਾਨਕ ਸਾਹਿਬ ਜੀਓ। ਜੇ ਦਵੇ ਦੇਵ ਹੋਏ ਸਿੱਖ ਸਭ ਹੀ। ਕਹਿਣ ਲੱਗੇ ਜੇ ਤੁਸੀਂ ਇਹ ਦੋਵੇਂ ਚੀਜ਼ਾਂ
ਅੰਨ ਤੇ ਅੱਗ ਸਾਡੇ ਦੇਸ਼ ਨੂੰ ਦੇ ਦਿਓ ਨਾ ਤੇ ਅਸੀਂ ਤੁਹਾਡੇ ਸਿੱਖ ਬਣ ਜਾਵਾਂਗੇ। ਤੁਮਰਾ ਗਰਹਨ ਕਰੇ ਮਤ ਆਬਹੀ। ਅਸੀਂ ਉਸੇ ਵੇਲੇ ਜਿਹੜਾ ਤੁਹਾਡਾ ਮਤ ਹੈ, ਜਿਹੜਾ ਤੁਹਾਡਾ ਮਤ, ਜੋ ਵੀ ਤੁਹਾਡੇ ਮਤ ਦੇ ਰੂਲ ਹਨ, ਉਹਨਾਂ ਦੇ ਮੁਤਾਬਕ ਅੱਜ ਤੋਂ ਬਾਅਦ ਅਸੀਂ ਉਹ ਜੀਵਨ ਜਿਹੜਾ ਬਤੀਤ ਕਰਾਂਗੇ ਜੀ। ਕਿਰਪਾ ਧਾਰ ਗੁਰ ਬੈਨ ਉਚਾਰੇ। ਆਂਦੇ ਉਸ ਸਮੇਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਕਿਰਪਾ ਦੇ ਘਰ ਦੇ ਵਿੱਚ ਆਏ ਤੇ ਇਸ ਤਰ੍ਹਾਂ ਬਚਨ ਜਿਹੜੇ ਨੇ ਕਹਿਣ ਲੱਗੇ ਹਨ ਜੀ। ਖੋਜ ਲਿਆਓ ਕਸ ਅੰਨ ਤੁਮਾਰੇ। ਕਹਿਣ ਲੱਗੇ ਹੈ ਸ਼ਾਹੂਕਾਰ ਜੀ, ਕੁਝ ਯਤਨ ਕਰਕੇ ਨਾ ਕਿਤੇੋਂ ਵੀ ਥੋੜਾ ਬਹੁਤਾ ਅੰਨ ਜਿਹੜਾ ਹੈ, ਅਨਾਜ ਜਿਹੜਾ ਹੈ ਉਹ ਲਿਆਉਣਾ ਕਰੋ। ਇਉ ਸੁਨਸਾਨ ਨਗਰ ਮੇ ਆਵੋ। ਇੰਨੇ ਬਚਨ ਸੁਣ ਕੇ ਉਹ ਸ਼ਾਹੂਕਾਰ ਹੁਣ ਨਗਰ ਦੇ ਵਿੱਚ ਆ ਗਿਆ ਹੈ ਜੀ। ਬਹੁਤ ਸਦਨ ਮੇ ਅੰਨ ਖੁਜਾਵੋ। ਉਹਨੇ ਘਰ ਘਰ ਜਾ ਕੇ ਦਰਵਾਜ਼ੇ ਖੜਕਾਏ, ਹਰ ਇੱਕ ਨੂੰ ਪੁੱਛਦਾ ਹੈ ਕਿ ਕਿਸੇ ਦੇ ਘਰ ਥੋੜਾ ਬਹੁਤਾ ਅਨਾਜ ਪਿਆ ਹੈ। ਇਸ ਤਰ੍ਹਾਂ ਅਨਾਜ ਦੀ ਭਾਲ ਕਰ ਰਿਹਾ ਹੈ ਜੀ। ਦੋਹਰ ਏਕ ਸਿਰ ਕੋ ਤੂੰ ਪੁਰ ਖੋਜਤ ਆਈ ਹਾਥ। ਮਾਲਕ ਦੇ ਘਰ ਦੀ ਕਲਾ ਵਰਤੀ, ਜਿੱਥੇ ਅਨਾਜ ਤੇ ਅੱਗ ਪੈਦਾ ਹੀ ਨਹੀਂ ਸੀ ਹੁੰਦੀ, ਉਸ ਧਰਤੀ ਦੇ ਉੱਤੋਂ ਇੱਕ ਸੇਰ ਜਿਹੜਾ ਹੈ, ਗੋਤੂ ਕਹਿੰਦੇ ਨੇ ਕਣਕ ਨੂੰ, ਪਿਆਰ ਨਾਲ ਕੋ ਸਤਨਾਮ। ਇੱਕ ਸੇਰ ਕਹਿੰਦੇ ਨੇ 1 ਕਿਲੋ, 1 ਕਿਲੋ ਦੇ ਕਰੀਬ ਕਹਿ ਲਈਏ ਉਹ ਕਣਕ ਦੇ ਦਾਣੇ ਜਿਹੜੇ ਨੇ ਨਾ ਇਸ ਸ਼ਾਹੂਕਾਰ ਨੂੰ ਮਿਲ ਗਏ ਹਨ ਜੀ। ਗੁਰ ਟਿਕ ਆਵੋ ਸਾਪੁਨ ਕੂਪ ਪਰਜਾ ਦੇ ਸਾਥ। ਉਹ ਪਰਜਾ ਨੂੰ ਨਾਲ ਲੈ ਕਰਕੇ, ਉਸ ਦੇਸ਼ ਦੇ ਰਾਜੇ ਨੂੰ ਨਾਲ ਲੈ ਕਰਕੇ ਸ਼ਾਹੂਕਾਰ, ਤੇ ਉਹ ਅਨਾਜ ਜਿਹੜਾ ਇਹਨੂੰ ਲੱਭਾ ਸੀ ਕਿਸੇ ਦੇ ਘਰ ਦੇ ਵਿੱਚੋਂ ਮੰਗ ਕੇ ਜਿਹੜਾ ਲਿਆਂਦਾ ਹੈ, ਉਹ ਨਾਲ ਲੈ ਕਰਕੇ ਗੁਰੂ ਕੇ ਚਰਨਾਂ ਦੇ ਵਿੱਚ ਅੱਜ ਹਾਜ਼ਰ ਹੋ ਗਿਆ ਹੈ ਜੀ। ਚੌਪਾਈ ਨਮਸਕਾਰ ਚਰਨਨ ਪ੍ਰਕਾਰੇ ਕੇ। ਉਹਨਾਂ ਨੇ ਆ ਕੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੀ ਹੈ ਜੀ। ਬੈਠੇ ਨਿਗਟ ਭਉ ਔਰ ਤਾਰ ਕੇ। ਬੜਾ ਪਿਆਰ ਤੇ ਜਿਹੜਾ ਹੈ ਸਤਿਕਾਰ ਧਾਰ ਕੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਬੈਠ ਗਏ ਹਨ ਜੀ। ਗੁਰੂ ਕਹੇ ਬਿਜੋ ਸਿਤ ਮਾਹੀ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ, ਇਸ ਅਨਾਜ ਨੂੰ ਹੁਣ ਜਿਹੜਾ ਹੈ ਧਰਤੀ ਦੇ ਵਿੱਚ ਜਿਹੜਾ ਹੈ ਬੀਜਣਾ ਕਰੋ ਜੀ। ਹੋਇਆ ਨ ਟੋਟੇ ਜੇ ਨਾਹੀ। ਆਂਦੇ ਜੇ ਕਿਤੇ ਇਹ ਅਨਾਜ ਜਿਹੜਾ ਹੈ ਅਨਟੁੱਟ, ਭਾਵ ਅਟੁੱਟ, ਜਿੱਥੇ ਕੋਈ ਟੋਟ ਹੀ ਨਾ ਆਵੇ, ਜੇ ਨਾ ਹੋਵੇ। ਆਏ ਸਮਨ ਬੋਵਣੀ ਕੀਨੀ। ਤੇ ਆਂਦੇ ਉਸ ਸਮੇਂ ਆਗਿਆ ਮੰਨ ਕੇ ਨਾ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ, ਤੇ ਇਹਨਾਂ ਨੇ ਉਹ ਜਿਹੜਾ ਅੰਨ ਹੈ ਨਾ ਧਰਤੀ ਦੇ ਵਿੱਚ ਬੌਣਾ ਕੀਤਾ, ਭਾਵ ਲਾਉਣਾ ਕੀਤਾ ਹੈ ਜੀ। ਉਗੀ ਬਿਲੋਕੀ ਸਭ ਜਨਮੀਨੀ। ਤੇ ਕੀ ਹੋਇਆ, ਮਾਲਕ ਦੇ ਘਰ ਦੀ ਕਲਾ ਵਰਤੀ, ਉਹ ਬੀਜਿਆ ਹੋਇਆ ਬੀਜ ਜਿਹੜਾ ਹੈ ਪੁੰਗਰ ਗਿਆ ਹੈ ਜੀ। ਦਿਨ ਥੋੜਨ ਮੇ ਪੱਕ ਗਈ ਸੋ। ਪਿਆਰ ਨਾਲ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਬੀਜ ਬੀਜਿਆ, ਪੁੰਗਾਰ ਨਿਕਲੀ, ਹਰੀ ਤੇ ਡੱਡਰੀ ਤੋਂ ਫਿਰ ਜਿਹੜਾ ਹੈ ਉਹ ਫਸਲ ਜਿਹੜੀ ਹੈ, ਆਂਦੇ ਦੇਖਦੇ ਹਾਂ ਥੋੜੇ ਹੀ ਦਿਨਾਂ ਦੇ ਵਿੱਚ ਉਹ ਫਸਲ ਜਿਹੜੀ ਹੈ ਉਹ ਪੱਕ ਕੇ ਤਿਆਰ ਹੋ ਗਈ ਹੈ ਜੀ। ਭਏ ਪਰਸਨ ਹਿਰਦੇ ਸਭ ਕੋ। ਜਦੋਂ ਇੱਡੀ ਕਲਾ ਵਰਤੀ ਕਿ ਅਨਾਜ ਦੇ ਵੀ ਧਰਤੀ ਦੇ ਵਿੱਚ ਪਾਏ ਤੇ ਉੱਥੋਂ ਹੋਰ ਜਿਹੜਾ ਹੈ ਅਨਾਜ ਪੈਦਾ ਹੋ ਗਿਆ। ਇਸ ਗੱਲ ਤੋਂ ਜਿਹੜੇ ਵਾਕਿਫ ਸਨ ਇਹਨਾਂ ਗੱਲਾਂ ਤੋਂ, ਤੇ ਇੱਦਾਂ ਵੀ ਕਿਤੇ ਅਨਾਜ ਪੈਦਾ ਹੁੰਦਾ ਹੈ। ਹੁਣ ਮਾਲਕ ਨੇ ਕੋਈ ਕਿਸੇ ਪ੍ਰਕਾਰ ਦੀ ਕਲਾ ਤੇ ਨਹੀਂ ਵਿਖਾਈ, ਕਿਉਂਕਿ ਬਾਣੀ ਦਾ ਇੱਕ ਪਾਵਨ ਪਵਿੱਤਰ ਬਚਨ ਅਸੀਂ ਬਾਰ-ਬਾਰ ਪੜ੍ਹਦੇ ਹਾਂ। ਜਿੱਥੇ ਮੇਰੇ ਮਾਲਕ ਨੇ ਖੇਤੀ ਦੀ ਗੱਲ ਕੀਤੀ ਹੈ, ਤੇ ਖੇਤੀ ਤੁਹਾਨੂੰ ਪਤਾ ਹੈ, ਖੇਤ ਨੂੰ ਵਾਹ ਕਰਕੇ ਉਹਦੇ ਵਿੱਚ ਜਿਹੜਾ ਹੈ ਸੁਹਾਗਾ ਫੇਰ ਕਰਕੇ ਬੀਜ ਪਾ ਦਿੱਤਾ ਜਾਂਦਾ ਹੈ, ਪਾਣੀ ਛੱਡ ਦਿੱਤਾ ਜਾਂਦਾ ਹੈ, ਤੇ ਕੁਦਰਤੀ ਹੈ ਉਸ ਧਰਤੀ ਦੇ ਵਿੱਚ ਜਿਹੜਾ ਹੈ ਬੀਜ ਜਿਹੜਾ ਹੈ ਉਹ ਤੇ ਫਿਰ ਹੋਣਾ ਹੀ ਹੈ, ਉਹਦੀ ਫਸਲ ਵੀ ਪੈਦਾ ਹੋਣੀ। ਇੱਥੇ ਵੀ ਇਸ ਤਰ੍ਹਾਂ ਹੋਇਆ, ਬੀਜ ਪਾਇਆ ਤੇ ਇਹ ਫਸਲ ਜਿਹੜੀ ਉਪਜਾਊ ਹੋਈ,
ਤੇ ਅੱਜ ਇਹ ਸਾਰਾ ਨਗਰ ਨਿਵਾਸੀ ਜਿਹੜੇ ਨੇ ਖੁਸ਼ ਹਨ, ਮਨ ਦੇ ਵਿੱਚ ਚਾਅ ਹੈ ਜੀ। ਪਾਹਲ ਪਗ ਕੀ ਸਭ ਲੈ ਲੀਨੀ। ਇਸ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਕਹੇ ਹੋਏ ਬਚਨ ਕਿ ਜੇ ਤੁਸੀਂ ਸਿੱਖੀ ਧਾਰਨ ਕਰ ਲਓ, ਗੁਰੂ ਉਪਦੇਸ਼ ਨੂੰ ਕਮਾਓ, ਤਾਂ ਇੱਥੇ ਅੱਗ ਵੀ ਮਿਲੇਗੀ, ਇੱਥੇ ਅੰਨ ਵੀ ਮਿਲੇਗਾ। ਉਹਨਾਂ ਬਚਨਾਂ ਦੇ ਉੱਤੇ ਖਰਾ ਉਤਰਦਿਆਂ ਇਹਨਾਂ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਰਨ ਕਮਲਾਂ ਕੀ ਪਹੁਲ ਲੈ ਕਰਕੇ ਆਪਣੇ ਆਪ ਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਸਿੱਖ ਨਿਵਾਜਨ ਕੀਤਾ ਹੈ ਜੀ। ਪਾਉ ਭਗਤ ਮੇ ਸੁਭ ਮਤ ਪੀਨੀ। ਤੇ ਉਹਨਾਂ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਭਾਉ ਭਗਤ ਦੇ ਵਿੱਚ ਪ੍ਰੇਮਾ ਭਗਤੀ ਦੇ ਨਾਲ ਸ਼ੁਭ ਮਤ ਜਿਹੜੀ ਹੈ ਗ੍ਰਹਿਣ ਕੀਤੀ ਹੈ ਜੀ। ਸਿੱਖੀ ਮਾਰਗ ਮੇ ਪਗ ਧਾਰ ਕੇ। ਉਹਨਾਂ ਨੇ ਸਿੱਖੀ ਦੇ ਮਾਰਗ ਦੇ ਵਿੱਚ ਜਦੋਂ ਕਦਮ ਧਰਿਆ ਹੈ ਜੀ। ਪ੍ਰਭ ਕੋ ਗੁਰ ਕੈ ਸੋ ਖਦ ਵਿਚਰ ਕੇ। ਤੇ ਹੁਣ ਉਹਨਾਂ ਦਾ ਜੀਵਨ ਜਿਹੜਾ ਹੈ ਪ੍ਰਭੂ ਦੇ ਚਰਨਾਂ ਦੇ ਅੰਦਰ ਗੁਰੂ ਦੀ ਸ਼ਰਨ ਦੇ ਵਿੱਚ ਸੁਖਦ ਹੋ ਕਰਕੇ ਉਹ ਚੱਲ ਰਿਹਾ ਹੈ ਜੀ। ਧਰਮਸਾਲ ਇੱਕ ਰੋਜਰ ਬਣਾਈ। ਉਹਨਾਂ ਨੇ ਇੱਕ ਬੜੀ ਸੁੰਦਰ ਧਰਮਸ਼ਾਲ ਬਣਾਈ ਹੈ ਜੀ। ਸੰਤ ਸਮਤ ਤੇ ਕਿਰਤ ਗਾਈ। ਗੁਰੂ ਜੀ ਦੇ ਦੱਸੇ ਹੋਏ ਉਪਦੇਸ਼ ਦੇ ਨਾਲ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਵੀ ਉਸ ਧਰਮਸ਼ਾਲਾ ਦੇ ਵਿੱਚ ਕੀਰਤੀ ਕਰਦੇ ਨੇ ਤੇ ਨਾਲ ਇੱਥੋਂ ਦਾ ਸਾਰਾ ਇਲਾਕਾ ਜਿਹੜਾ ਹੈ ਮਾਲਕ ਦੀ ਕੀਰਤੀ ਦੇ ਵਿੱਚ ਜੁਟਦਾ ਹੈ ਜੀ। ਬੈਠ ਸਰਬ ਮੇ ਕਿਰਪਾ ਨਿਦਾਨ। ਕਿਰਪਾ ਦੇ ਖਜ਼ਾਨੇ ਧੰਨ ਗੁਰੂ ਨਾਨਕ ਸਾਹਿਬ ਜੀ ਆਪ ਇਹਨਾਂ ਦੇ ਨਾਲ ਬੈਠਦੇ ਹਨ ਜੀ। ਸਿਰ ਮੁਖ ਤੇ ਅਸ ਬਚਨ ਬਖਾਨਾ। ਧੰਨ ਗੁਰੂ ਨਾਨਕ ਸਾਹਿਬ ਜੀ ਆਪਣੇ ਮੁਖਾਰ ਬਿਲ ਤੋਂ ਬੜੇ ਸੁਖੈਨ ਤੇ ਸੁਖਦ ਬਚਨ ਬੋਲਦੇ ਹਨ ਜੀ। ਅਬ ਤੇ ਅੰਨ ਅਟੁੱਟ ਇਸ ਦੇਸਾ। ਪਿਆਰ ਨਾਲ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮਾਲਕ ਦੇ ਘਰ ਦੀ ਕਿਰਪਾ ਵਰਤੀ। ਜਿਸ ਧਰਤੀ ਦੇ ਉੱਤੇ ਅੰਨ ਨਹੀਂ ਸੀ ਹੋ ਰਿਹਾ, ਅੱਜ ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਇਹ ਦੇਸ਼ ਵਾਸੀਓ, ਅੱਜ ਤੋਂ ਬਾਅਦ ਇਸ ਧਰਤੀ ਦੇ ਉੱਤੇ ਅੰਨ ਦੀ ਜਿਹੜੀ ਹੈ ਕਦੀ ਟੋਟ ਨਹੀਂ ਆਵੇਗੀ। ਖਾਵੋ ਖਰਚੋ ਰਲ ਮਿਲ ਭਾਈ, ਟੋਟ ਨਾ ਆਵੇ ਵੱਧ ਹੋ ਜਾਈ। ਇਹ ਗੁਰੂ ਨਾਨਕ ਦਾ ਘਰ ਹੈ, ਇੱਥੇ ਘਾਟਾ ਕਦੀ ਨਹੀਂ। ਇੱਥੇ ਹੁਣ ਜਿਹੜਾ ਹੈ ਬੇਅੰਤ ਜਿਹੜੀ ਹੈ ਅਨਾਜ ਹੋਵੇਗਾ ਜੀ। ਕਬਦੁ ਕਾਲ ਕੋ ਹੋਏ ਨਾ ਲੇਸਾ। ਕਦੇ ਵੀ ਇਸ ਧਰਤੀ ਤੇ ਹੁਣ ਅੱਗੇ ਵਾਂਗ ਕਾਲ ਨਹੀਂ ਪਵੇਗਾ। ਪਾਹਨ ਤੇ ਪਾਵਕ ਪੁੰਨ ਚਾਰੀ। ਫਿਰ ਧੰਨ ਗੁਰੂ ਨਾਨਕ ਸਾਹਿਬ ਜੀ ਨੇ 2 ਪੱਥਰ ਜਿਹੜੇ ਨੇ ਮੰਗਾਉਣੇ ਕੀਤੇ ਹਨ ਜੀ। ਕਾਸ਼ਟ ਸੋ ਕਰ ਦੀਨ ਬਿਠਾਰੀ। ਇਹਨਾਂ ਦੋਨਾਂ ਪੱਥਰਾਂ ਨੂੰ ਕਿਹਾ ਇਹਨਾਂ ਲੋਕਾਂ ਨੂੰ ਕਿ ਇਹਨਾਂ ਨੂੰ ਆਪਣੇ ਹੱਥਾਂ ਦੇ ਵਿੱਚ ਪਕੜੋ। ਥੋੜਾ ਜਿਹਾ ਘਾਹ ਫੂਸ ਜਿਹੜਾ ਇਕੱਠਾ ਕੀਤਾ ਤੇ ਦੋਨੋਂ ਪੱਥਰ ਆਪਸ ਦੇ ਵਿੱਚ ਜ਼ੋਰ ਦੇ ਰਗੜਨੇ ਕੀਤੇ ਤੇ ਉਹਦੇ ਵਿੱਚੋਂ ਜਦੋਂ ਚੰਗਿਆੜੀਆਂ ਨਿਕਲੀਆਂ ਤੇ ਉਹ ਘਾਹ ਫੂਸ ਦੇ ਉੱਤੇ ਪਈਆਂ ਤੇ ਉਹਦੇ ਵਿੱਚੋਂ ਅੱਗ ਪੈਦਾ ਹੋ ਗਈ। ਪਿਆਰ ਨਾਲ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਦੋਂ ਤੁਸੀਂ 9ਵੀਂ 10ਵੀਂ ਦੇ ਜਿਹੜੀ ਹੈ ਸਮਾਜਿਕ ਦੀ ਬੁੱਕ ਪੜ੍ਹੋਗੇ, ਹੁਣ ਦਾ ਤਾਂ ਮੈਨੂੰ ਪਤਾ ਨਹੀਂ, ਉਹਨਾਂ ਚੈਪਟਰਾਂ ਦੇ ਅੰਦਰ ਜਿਹੜਾ ਸੀ ਨਾ ਇਸ ਗੱਲ ਦੀ ਜਿਹੜੀ ਹੈ ਵਿਖਿਆਨ ਵੀ ਆਇਆ ਕਿ ਮਨੁੱਖ ਨੇ ਅੱਗ ਦੀ ਖੋਜ ਜਿਹੜੀ ਹੈ ਕਿਸ ਤਰ੍ਹਾਂ ਕੀਤੀ। ਆਪਸ ਦੇ ਵਿੱਚ ਪੱਥਰ ਜਿਹੜੇ ਨੇ ਟਕਰਾਏ ਤੇ ਉਹਦੇ ਵਿੱਚੋਂ ਨਿਕਲੀਆਂ ਚੰਗਿਆੜੀਆਂ ਤੋਂ ਫਿਰ ਜਿਹੜੇ ਚੰਗਿਆੜੇ ਸਨ ਉਹ ਘਾਹ ਫੂਸ ਆਦਿਕ ਤੇ ਪਏ ਤੇ ਅੱਗ ਜਿਹੜਾ ਹੈ ਉਹ ਇਸਤੇਮਾਲ ਕਰਨ ਲੱਗ ਗਿਆ। ਇੱਥੇ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਉਹ ਤਰੀਕਾ ਦੱਸ ਰਹੇ ਨੇ ਕਿ ਪੱਥਰ ਰਗੜੇ ਤੇ ਉੱਥੋਂ ਜਿਹੜਾ ਹੈ ਅੱਗ ਪੈਦਾ ਹੋਈ ਹੈ ਜੀ। ਲੈ ਕੇ ਸਾਬਿਨ ਹਰਖ ਔਰ ਤਰਿਓ। ਸਾਰਿਆਂ ਦੇ ਮਨ ਦੇ ਵਿੱਚ ਹੁਣ ਬੜੀ ਖੁਸ਼ੀ ਤੇ ਚਾਉ ਤੇ ਮੰਗਲ ਹੈ ਜੀ। ਸੀ ਸਤਿਗੁਰੂ ਕੋ ਸੋ ਜਸ ਉਚਰਿਓ। ਹੁਣ ਇਹ ਸਾਰੇ ਧੰਨ ਗੁਰੂ ਨਾਨਕ ਜੀ ਦੀ ਵਡਿਆਈ ਕਰਦੇ ਹਨ ਜੀ। ਅਨ ਅਗਨ ਦਹੁ ਤੇ ਨਾਹੀ। ਹੁਣ ਜਿਹੜਾ ਹੈ ਉਹ ਦੋਨੋਂ ਚੀਜ਼ਾਂ ਇਹਨਾਂ ਨੂੰ ਪ੍ਰਾਪਤ ਹੋ ਗਈਆਂ, ਅੰਨ ਤੇ ਅਗਨੀ ਜੀ। ਇਹ ਬਿਦ ਸਿਰ ਗੁਰ ਦੀਨ ਤਹਾਈ।
ਕਹਿੰਦੇ ਨਾ ਸਾਡੇ ਕੋਲ ਅੱਗ ਸੀ ਨਾ ਸਾਡੇ ਕੋਲ ਅਗਨੀ ਸੀ। ਇਸ ਮਹਾਂਪੁਰਸ਼ ਨੇ, ਇਸ ਸੰਤ ਨੇ ਸਾਨੂੰ ਦੋਨੋਂ ਚੀਜ਼ਾਂ ਦੇ ਦਿੱਤੀਆਂ ਹਨ। ਨਾਮ ਦਾਨ ਇਸ਼ਨਾਨ ਦਿੜਾਇਓ। ਗੁਰੂ ਸਾਹਿਬ ਜੀ ਨੇ ਉਪਦੇਸ਼ ਦਿੰਦੇ ਆ ਇਹਨਾਂ ਨੂੰ ਨਾਮ ਦਾਨ ਤੇ ਇਸ਼ਨਾਨ ਦ੍ਰਿੜ ਕਰਵਾਇਆ ਹੈ ਜੀ। ਪਾਉ ਭਗਤ ਕੋ ਪੰਥ ਜਲਾਇਓ। ਕਹਿਣ ਲੱਗੇ ਪ੍ਰੇਮਾ ਭਗਤੀ ਦੇ ਵਿੱਚ ਨਾਨਕ ਸਾਹਿਬ ਜੀ ਦਾ ਇਹ ਪਾਵਨ ਪਵਿੱਤਰ ਪੰਥ ਜਿਹੜਾ ਹੈ ਚਲਾਉਣਾ ਕਰੋ। ਧਿਆਨ ਦੇਣਾ, ਭਾਈ ਗੁਰਦਾਸ ਜੀ ਨੇ ਪਾਵਨ ਬਚਨ ਉਚਾਰਨ ਕੀਤੇ ਨੇ। ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਉਹ ਨਿਰਮਲ ਪੰਥ ਦੇ ਇਹਨਾਂ ਨੂੰ ਪਾਂਧੀ ਬਣਾ ਦਿੱਤਾ ਜੀ। ਕੇਤਕ ਦਿਵਸ ਰਹੇ ਕਰ ਜਗਦੇਸਾ। ਇਸ ਦੇਸ਼ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਬਹੁਤ ਦਿਨ ਰੁਕੇ ਹਨ ਜੀ। ਚੱਲ ਬਿਦਿਆਰ ਪਏ ਸੁਭ ਬੇਸਾ। ਤੇ ਉਸ ਤੋਂ ਬਾਅਦ ਅਗਲੀ ਲੁਕਾਈ ਨੂੰ ਤਾਰਨ ਵਾਸਤੇ ਜਿਹੜਾ ਹੈ ਪ੍ਰਸਥਾਨ ਕੀਤਾ ਹੈ ਜੀ। ਸਰਬ ਲੋਕ ਮਿਲ ਕੇ ਤਬ ਆਏ। ਜਦੋਂ ਚੱਲਣ ਲੱਗੇ ਨਾ ਉਸ ਨਗਰ ਦੇ ਸਾਰੇ ਲੋਕ ਇਕੱਠੇ ਹੋ ਗਏ। ਹੋਏ ਦੀਨ ਮਨ ਬੈਨ ਸੁਣਾਏ। ਬੜੇ ਦੀਨ ਹੋ ਕਰਕੇ, ਵਿਆਕੁਲ ਹੋ ਕਰਕੇ ਇਸ ਤਰ੍ਹਾਂ ਦੋਨੋਂ ਹੱਥ ਜੋੜੇ ਤੇ ਬੇਨਤੀ ਕਰਨ ਲੱਗੇ ਹਨ ਜੀ। ਤਨ ਭਾਗ ਇਹ ਸਭੇ ਜੇ ਲੋਕਾ। ਆਂਦੇ ਇਹਨਾਂ ਲੋਕਾਂ ਦੇ ਬੜੇ ਵੱਡੇ ਭਾਗ ਹਨ। ਭਾਵ ਸਾਡੇ ਲੋਕਾਂ ਦੇ ਬੜੇ ਵੱਡੇ ਭਾਗ ਹਨ ਜੀ। ਜਾ ਕੇ ਰਾਵਣ ਦਰਸ ਬਿਲੋਕਾ। ਅਸੀਂ ਚਾਹੁੰਦੇ ਹਾਂ ਕਿ ਤੁਹਾਡੇ ਵਰਗੇ ਸੰਤ ਦੇ ਮਹਾਂਪੁਰਖ ਦੇ ਦਰਸ਼ਨ ਅਸੀਂ ਤਾਂ ਅੱਖਾਂ ਦੇ ਨਾਲ ਸਦਾ ਕਰਦੇ ਰਹੀਏ ਜੀ। ਲੋਕ ਪਰਲੋਕੇ ਕੋ ਸੁਖ ਦੀਨ। ਤੁਸੀਂ ਲੋਕ ਤੇ ਪਰਲੋਕ ਦੇ ਵਿੱਚ ਦੋਨੋਂ ਥਾਂ ਸੁਖ ਦੇਣ ਵਾਲੇ ਹੋ ਜੀ। ਸ੍ਰੀ ਹਰਿ ਕੋ ਤੁਮਰੋ ਤਨ ਜੀਨ। ਤੁਸੀਂ ਹਰੀ ਅਕਾਲ ਪੁਰਖ ਵਾਹਿਗੁਰੂ ਦਾ ਸਵੈ ਸਵਰੂਪ ਹੋ ਜੀ। ਸਭ ਹਿਨ ਕੋ ਤੀਰਜ ਦੇ ਸੁਆਮੀ। ਉਸ ਸਮੇਂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਸਾਰਿਆਂ ਨੂੰ ਇਸ ਪ੍ਰਕਾਰ ਦੇ ਹੌਸਲਾ ਧੀਰਜ ਜਿਹੜਾ ਹੈ ਦਰਵਾਸਾ ਦਿੱਤਾ ਹੈ ਜੀ। ਗਮਨ ਕਿਓ ਪੁਨ ਅੰਤਰ ਜਾਮੀ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਇੱਥੋਂ ਜਿਹੜਾ ਹੈ ਆਪਣੀ ਅਗਲੀ ਯਾਤਰਾ ਜਿਹੜੀ ਹੈ ਆਰੰਭ ਕਰ ਦਿੱਤੀ ਹੈ। ਇੱਥੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਇਸ ਨਗਰ ਨੂੰ ਵੀ ਜਿਹੜਾ ਹੈ ਉਹ ਤਾਰਨਾ ਕੀਤਾ ਹੈ। ਅਗਾਂਹ ਕਿਸ ਤਰ੍ਹਾਂ ਪ੍ਰਸੰਗ ਚੱਲ ਰਹੇ ਨੇ ਕਵਿਰਾਜ ਜੀ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਅੰਦਰ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਜੀਵਨ ਬਿਰਤਾਂਤ ਕਿਸ ਤਰ੍ਹਾਂ ਲਿਖ ਰਹੇ ਨੇ। ਭਾਈ ਬਾਲਾ ਜੀ ਧੰਨ ਗੁਰੂ ਅੰਗਦ ਸਾਹਿਬ ਜੀ ਨੂੰ ਕਿਸ ਤਰ੍ਹਾਂ ਸੁਣਾ ਰਹੇ ਨੇ। ਆਪ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਸਰਵਣ ਕਰੋਗੇ ਜੀ। ਇਤਨੀ ਸੇਵਾ ਪ੍ਰਵਾਨ ਕਰਨੀ, ਮੇਰੀਆਂ ਭੁੱਲਾਂ ਦਾਸ ਦੀ ਝੋਲੀ ਪਾ ਦੇਣੀਆਂ, ਗੁਰੂ ਦੀ ਗੱਲ ਪੱਲੇ ਬਣ ਕੇ ਜਾਣੀ ਜੀ। ਮਿੱਟੀ ਧੁੰਦ ਜਗ ਚਾਨਣ ਹੋਵਾ, ਮਿੱਟੀ ਧੁੰਦ ਜਗ ਚਾਨਣ ਹੋਵਾ, ਮਿੱਟੀ ਧੁੰਦ ਜਗ ਚਾਨਣ ਹੋਵਾ, ਮਿੱਟੀ ਧੁੰਦ ਜਗ ਚਾਨਣ ਹੋਵਾ। ਸਤਿਗੁਰੂ ਨਾਨਕ ਪ੍ਰਗਟਿਆ, ਸਤਿਗੁਰੂ ਨਾਨਕ ਪ੍ਰਗਟਿਆ, ਸਤਿਗੁਰੂ ਨਾਨਕ ਪ੍ਰਗਟਿਆ,